ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਿਆਰੇ ਵਿਦਿਆਰਥੀਓ, ਮੈਂ ਅਕਾਲ ਅਕੈਡਮੀ ਭਾਈ ਦੇਸਾ ਤੋਂ ਪੰਜਾਬੀ ਅਧਿਆਪਕ ਪਵਿੱਤਰ ਸਿੰਘ। ਆਪਾਂ ਪੰਜਾਬੀ ਵਿਆਕਰਨ ਦੇ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਕਿਰਿਆ ਦੇ ਬਾਰੇ ਵਿੱਚ ਜਾਣਨ ਜਾ ਰਹੇ ਹਾਂ, ਜਿਸ ਨੂੰ ਕਿ ਅੰਗਰੇਜ਼ੀ ਦੇ ਵਿੱਚ ਆਪਾਂ ਵਰਬ ਵੀ ਕਹਿ ਦਿੰਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਕਿਰਿਆ ਨੂੰ ਛੋਟੀਆਂ ਜਮਾਤਾਂ ਤੋਂ ਲੈ ਕੇ ਹੁਣ ਤੱਕ ਲਗਭਗ ਸਾਰਿਆਂ ਨੇ ਹੀ ਛੋਟੀਆਂ ਉਦਾਹਰਨਾਂ ਦੇ ਰੂਪ ਵਿੱਚ ਕਿਰਿਆ ਨੂੰ ਕੀਤਾ ਹੈ ਅਤੇ ਜਾਣਿਆ ਹੈ। ਸੋ ਹੁਣ ਆਪਾਂ ਕਿਰਿਆ ਨੂੰ 7ਵੀਂ ਜਮਾਤ ਦੇ ਵਿਦਿਆਰਥੀਆਂ ਦੇ ਆਧਾਰ 'ਤੇ ਕਿਰਿਆ ਨੂੰ ਬਹੁਤ ਹੀ ਸੁਚੱਜੇ ਰੂਪ ਦੇ ਵਿੱਚ ਪਰਿਭਾਸ਼ਿਤ ਕਰਾਂਗੇ ਅਤੇ ਕਿਰਿਆ ਦੀਆਂ ਕਿਸਮਾਂ ਨੂੰ ਜਾਂ ਕਹਿ ਸਕਦੇ ਕਿਰਿਆ ਦੇ ਭੇਦਾਂ ਨੂੰ ਜਾਣਾਂਗੇ। ਸੋ ਹਾਂਜੀ ਪਿਆਰੇ ਵਿਦਿਆਰਥੀਓ, ਧਿਆਨ ਦਿਓ। ਮੋਬਾਈਲ ਫੋਨ ਦੇ ਉੱਪਰ ਮੈਂ ਤੁਹਾਡੇ ਨਾਲ ਕਿਰਿਆ ਸੰਬੰਧੀ ਜੋ ਵੀ ਪੇਜ ਸਾਂਝਾ ਕਰ ਰਿਹਾ ਹਾਂ, ਸੋ ਤੁਸੀਂ ਸਾਰੇ ਵਿਦਿਆਰਥੀਆਂ ਨੇ ਧਿਆਨ ਦੇਣਾ ਹੈ। ਹਾਂਜੀ ਪਿਆਰੇ ਵਿਦਿਆਰਥੀ, ਕਿਰਿਆ ਨੂੰ ਪਰਿਭਾਸ਼ਿਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਦੇਖੋ, ਸਾਡੇ ਘਰ ਦੇ ਵਿੱਚ, ਸਾਡੇ ਆਲੇ ਦੁਆਲੇ, ਸਾਡੇ ਆਸ-ਪਾਸ, ਸਾਡੇ ਗਲੀ ਦੇ ਵਿੱਚ, ਸਾਡੇ ਪਿੰਡ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਜਾਂ ਕਹਿ ਲਓ ਪੂਰੇ ਵਿਸ਼ਵ ਦੇ ਵਿੱਚ ਕਿੰਨੇ ਕੰਮ ਹੋ ਰਹੇ ਨੇ, ਕਿੰਨੇ ਕਰਮ ਹੋ ਰਹੇ ਨੇ, ਕਹਿ ਸਕਦੇ ਹਾਂ ਕਿੰਨੇ ਕਾਰਜ ਹੋ ਰਹੇ ਨੇ। ਇਹਨਾਂ ਸਾਰੇ ਕੰਮਾਂ ਦਾ ਸਾਨੂੰ ਕਿੱਥੋਂ ਪਤਾ ਲੱਗਦਾ ਵੀ ਹੋ ਰਹੇ ਨੇ? ਜਿਹੜਾ ਸ਼ਬਦ ਸਾਨੂੰ ਗਿਆਨ ਕਰਵਾ ਦਿੰਦਾ ਨਾ ਵੀ ਇਹ ਕੰਮ ਹੋ ਰਿਹਾ ਹੈ, ਉਹੀ ਕੀ ਹੈ? ਸ਼ਬਦ ਕਿਰਿਆ ਹੈ। ਸੋ ਦੇਖੋ, ਪਹਿਲਾਂ ਆਪਣਾ ਪ੍ਰਸ਼ਨ ਕੀ ਹੈ? ਕਿਰਿਆ ਤੋਂ ਕੀ ਭਾਵ ਹੈ? ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਇਸ ਦੀਆਂ ਉਦਾਹਰਨਾਂ ਸਹਿਤ ਵਿਆਖਿਆ ਕਰੋ। ਹਾਂਜੀ ਪਿਆਰੇ ਵਿਦਿਆਰਥੀ, ਦੇਖੋ ਆਪਣਾ ਉੱਤਰ ਕੀ ਹੈ ਪਰਿਭਾਸ਼ਾ ਦੇ ਰੂਪ ਵਿੱਚ। ਕਹਿੰਦੇ ਜਿਹੜੇ ਸ਼ਬਦ ਕਿਸੇ ਕੰਮ ਦੇ ਕਰਨ ਜਾਂ ਹੋਣ ਦਾ ਗਿਆਨ ਕਰਵਾਉਂਦੇ ਹਨ, ਉਹਨਾਂ ਨੂੰ ਅਸੀਂ ਕਿਰਿਆ ਕਹਿੰਦੇ ਹਾਂ। ਦੇਖੋ, ਜਿਹੜੇ ਸ਼ਬਦ ਤੁਸੀਂ ਸਮਝਦੇ ਹੋ, ਠੀਕ ਹੈ? ਸ਼ਬਦ ਇੱਕ ਵਾਕ ਦੇ ਵਿੱਚ ਇੱਕ ਜਿਹੜਾ ਛੋਟਾ ਸ਼ਬਦ ਦਾ ਰੂਪ ਹੈ। ਜਿਹੜੇ ਸ਼ਬਦ ਕਿਸੇ ਕੰਮ ਦੇ ਕਰਨ ਜਾਂ ਹੋਣ ਦਾ ਸਾਨੂੰ ਗਿਆਨ ਕਰਵਾਉਂਦੇ ਹਨ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਕਿਰਿਆ। ਕੋਈ ਵੀ ਕੰਮ ਹੋ ਰਿਹਾ ਗਾ, ਜਿਹੜਾ ਵਾਕ ਦੇ ਰੂਪ ਵਿੱਚ ਲਿਖਿਆ ਗਿਆ, ਜਿਹੜਾ ਕੰਮ ਹੋ ਰਿਹਾ, ਉਹਦੇ ਵਿੱਚ ਛੋਟਾ ਸ਼ਬਦ ਹੁੰਦਾ ਗਾ, ਉਹ ਜਿਹੜਾ ਸਾਨੂੰ ਗਿਆਨ ਕਰਵਾ ਦੇਵੇ ਕਿ ਇਹ ਕੰਮ ਹੋ ਰਿਹਾ ਹੈ, ਉਸਨੂੰ ਕੀ ਕਹਿੰਦੇ ਹਨ? ਕਿਰਿਆ। ਹੁਣ ਤੁਸੀਂ ਉਦਾਹਰਨ ਦੇਖੋ, ਜਿਵੇਂ ਹਰਜੀਤ ਜਾ ਰਿਹਾ ਹੈ। ਅੱਗੇ ਦੂਜੀ ਉਦਾਹਰਨ ਹੈ, ਪਿਤਾ ਜੀ ਅਖਬਾਰ ਪੜ੍ਹ ਰਹੇ ਹਨ। ਤੀਜੀ ਉਦਾਹਰਨ ਹੈ, ਆਦਮੀ ਝੋਨਾ ਲਗਾ ਰਹੇ ਹਨ। ਚੌਥੀ ਉਦਾਹਰਨ ਹੈ, ਕਿਸਾਨ ਆਗੂ ਧਰਨੇ ਵਿੱਚ ਬੋਲ ਰਿਹਾ ਹੈ। ਹੁਣ ਇਹ ਸਾਰੇ ਵਾਕ ਦੇਖੋ, ਸਾਰੇ ਕੰਮ ਹੋ ਰਹੇ ਨੇ, ਪਰ ਸਾਨੂੰ ਕਿੱਥੋਂ ਪਤਾ ਲੱਗੂਗਾ ਵੀ ਕੰਮ ਹੋ ਰਿਹਾ? ਇਹਨਾਂ ਵਿੱਚ ਕਿਹੜਾ ਸ਼ਬਦ ਹੈ ਜਿਹੜਾ ਸਾਨੂੰ ਦੱਸੂਗਾ ਉਹ ਕਿਹੜਾ ਹੈਗਾ? ਪਹਿਲੇ ਵਿੱਚ ਦੇਖੋ, ਹਰਜੀਤ ਜਾ ਰਿਹਾ ਹੈ। ਜਾ ਰਿਹਾ ਸ਼ਬਦ ਕੀ ਹੈਗਾ? ਇੱਕ ਕਰਮ ਹੈ, ਇੱਕ ਕੰਮ ਹੈਗਾ। ਉਹਨੂੰ ਕੌਣ ਕਰ ਰਿਹਾ ਹੈਗਾ? ਹਰਜੀਤ। ਦੂਜਾ ਹੈਗਾ, ਪਿਤਾ ਜੀ ਅਖਬਾਰ ਪੜ੍ਹ ਰਹੇ ਹਨ। ਪੜ੍ਹ ਰਹੇ ਹਨ ਕੀ ਹੈ? ਇੱਕ ਕਰਮ ਹੈ, ਇੱਕ ਕੰਮ ਹੈ। ਤੀਜਾ, ਆਦਮੀ ਝੋਨਾ ਲਗਾ ਰਹੇ ਹਨ। ਤੀਜੀ ਉਦਾਹਰਨ ਕੀ ਹੈ? ਆਦਮੀ ਝੋਨਾ ਲਗਾ ਰਹੇ ਹਨ। ਝੋਨਾ ਗਾ ਜਿਹੜਾ, ਉਹ ਨਹੀਂ, ਉਹ ਇੱਕ ਕੀ ਹੈਗਾ ਬੇਟਾ? ਠੀਕ ਹੈ, ਉਹ ਕਰਮ ਹੈ। ਪਰ ਇੱਥੇ ਜਿਹੜੀ ਕਿਰਿਆ ਹੈਗੀ ਉਹ ਕੀ ਹੈ? ਲਗਾ ਰਹੇ ਹਨ। ਠੀਕ ਹੈ। ਕਿਸਾਨ ਆਗੂ ਧਰਨੇ ਵਿੱਚ ਬੋਲ ਰਿਹਾ ਹੈ। ਬੋਲ ਰਿਹਾ ਕੀ ਹੋ ਗਈ? ਕਿਰਿਆ। ਹੁਣ ਇਹਨਾਂ ਵਾਕਾਂ ਦੇ ਵਿੱਚ ਦੇਖੋ, ਪੜ੍ਹ ਰਹੇ ਹਨ, ਜਾ ਰਿਹਾ ਹੈ, ਲਗਾ ਰਹੇ ਹਨ, ਬੋਲ ਰਿਹਾ ਹੈ, ਇਹ ਬੇਟਾ ਸਾਰੇ ਕੀ ਨੇ? ਕਿਰਿਆ ਸ਼ਬਦ ਨੇ। ਜਿਹੜਾ ਕੰਮ ਹੋ ਰਿਹਾ ਗਾ ਉਹ ਕੀ ਹੋਊਗੀ ਬੇਟਾ? ਕਿਰਿਆ। ਦੇਖੋ ਇੱਕ ਹੋਰ ਧਿਆਨ ਦਿਓ, ਕਿਰਿਆ ਨੂੰ ਸਮਝਣ ਦੇ ਵਾਸਤੇ ਵਾਕ ਦੇ ਵਿੱਚ ਸਾਨੂੰ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਕਰਤਾ ਕਿੱਥੇ ਹੈ, ਕਰਮ ਕਿੱਥੇ ਹੈ। ਕਿਰਿਆ ਨੂੰ ਜਾਣਨ ਵਾਸਤੇ ਸਾਨੂੰ ਵਾਕ ਦੇ ਵਿੱਚ ਕਰਤੇ ਦਾ ਹੋਣਾ ਵੀ ਜ਼ਰੂਰੀ ਹੈ। ਹੁਣ ਦੇਖੋ ਉਦਾਹਰਨ ਦੇਖੋ, ਰਾਮ ਸਕੂਲ ਜਾਵੇਗਾ। ਇਹਦੇ ਵਿੱਚ ਦੇਖੋ ਕਿਰਿਆ ਤਾਂ ਤੁਹਾਨੂੰ ਪਤਾ ਲੱਗ ਗਈ, ਜਾਵੇਗਾ, ਜਾਣਾ। ਆਪਾਂ ਇੰਗਲਿਸ਼ ਦੇ ਵਿੱਚ ਗੋ ਕਹਿ ਦਿੰਦੇ ਹਾਂ, ਗੋ ਵੈਂਟ ਗੋਨ, ਠੀਕ ਹੈ ਨਾ। ਜਾਵੇਗਾ ਕੀ ਹੈ? ਕਿਰਿਆ।
पर ये देखो राम, राम की है करता, ਅਤੇ ਸਕੂਲ ਕੀ ਹੈਗਾ ਕਰਮ, ਸਕੂਲ ਇੱਕ ਕਰਮ ਹੈ, ਠੀਕ ਹੈ ਨਾ। ਜਾਵੇਗਾ ਕੀ ਹੈ ਕਿਰਿਆ। ਸੋ ਕਿਰਿਆ ਨੂੰ ਜਿਹੜਾ ਵੀ ਕਰਦਾ ਗਾ ਉਹ ਕੀ ਹੁੰਦਾ ਕਰਤਾ, ਕਿਰਿਆ ਨੂੰ ਕਰਨ ਵਾਲਾ ਕਰਤਾ। ਇੱਥੇ ਦੇਖੋ ਜਿਹੜਾ ਕਰਤਾ ਕੌਣ ਹੈ ਰਾਮ, ਤੇ ਰਾਮ ਕੀ ਕਰ ਰਿਹਾ ਸਕੂਲ ਜਾਵੇਗਾ, ਜਾਵੇਗਾ ਕੀ ਹੋ ਗਿਆ ਬੇਟਾ ਕਿਰਿਆ, ਠੀਕ ਹੈ। ਦੇਖੋ ਪੰਜਾਬੀ ਵਿੱਚ ਕਿਰਿਆ ਗੀ ਜਿਹੜੀ ਉਹ ਆਮ ਤੌਰ 'ਤੇ ਵਾਕ ਦੇ ਅੰਤ ਵਿੱਚ ਆਉਂਦੀ ਹੈ। ਸੋ ਇਹ ਸੀ ਬੇਟਾ ਕਿਰਿਆ ਦੀ ਪਰਿਭਾਸ਼ਾ। ਹੁਣ ਕਿਰਿਆ ਦੀਆਂ ਆਪਾਂ ਕਰਾਂਗੇ ਕਿਸਮਾਂ। ਕਿਰਿਆ ਪਿਆਰੇ ਵਿਦਿਆਰਥੀਓ ਦੋ ਪ੍ਰਕਾਰ ਦੀ ਹੁੰਦੀ ਹੈ, ਅਕਰਮਕ ਕਿਰਿਆ, ਸਕਰਮਕ ਕਿਰਿਆ। ਅਕਰਮਕ ਕਿਰਿਆ ਦੇਖੋ ਕਿਹੜੀ ਹੈ, ਸਭ ਤੋਂ ਪਹਿਲਾਂ ਤਾਂ ਪਿਆਰੇ ਵਿਦਿਆਰਥੀਓ ਸਾਨੂੰ ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ ਦੇ ਭੇਦਾਂ ਦੇ ਵਿੱਚ ਅੰਤਰ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਕਰਮਕ ਕਿਰਿਆ, ਅਕਰਮਕ ਕਿਰਿਆ ਤੋਂ ਭਾਵ ਹੈ ਕਰਮ ਤੋਂ ਬਿਨਾਂ, ਜਿਹਦੇ ਵਿੱਚ ਕੋਈ ਕੰਮ ਦਾ ਜ਼ਿਕਰ ਨਾ ਹੋਵੇ ਪਰ ਹੋ ਰਿਹਾ ਹੈ ਇਹ ਜ਼ਿਕਰ ਹੋਵੇ। ਦੇਖੋ ਅਕਰਮਕ ਤੋਂ ਭਾਵ ਹੈ ਕਰਮ ਤੋਂ ਬਿਨਾਂ ਉਹ ਕਿਰਿਆ ਜਿਸ ਵਿੱਚ ਕਰਮ ਨਾ ਹੋਵੇ, ਕੇਵਲ ਕਰਤਾ ਹੀ ਹੋਵੇ ਅਤੇ ਕਿਰਿਆ ਵੀ ਹੋਵੇ, ਉਸ ਨੂੰ ਅਸੀਂ ਅਕਰਮਕ ਕਿਰਿਆ ਕਹਿੰਦੇ ਹਾਂ। ਦੋ ਉਦਾਹਰਨਾਂ ਨੇ, ਪ੍ਰੀਤ ਖੇਡਦਾ ਹੈ, ਮਨਰੀਤ ਪੜ੍ਹਦਾ ਹੈ। ਪ੍ਰੀਤ ਖੇਡਦਾ ਹੈ, ਪ੍ਰੀਤ ਹੈਗਾ ਕਰਤਾ, ਖੇਡਦਾ ਹੈ ਕੀ ਹੈ ਕਿਰਿਆ, ਪਰ ਇੱਥੇ ਕੁਝ ਮਿਸ ਹੈਗਾ। ਕੀ ਮਿਸ ਹੈ ਕਰਮ, ਵੀ ਪ੍ਰੀਤ ਖੇਡ ਕੀ ਰਿਹਾ ਗਾ ਇਹ ਨਹੀਂ ਪਤਾ ਨਾ, ਕਰਮ ਮਿਸ ਹੈ ਇੱਥੇ। ਦੇਖੋ ਕਰਮ ਨਹੀਂ ਹੈਗਾ, ਇਹ ਹੈਗਾ ਅਕਰਮਕ ਕਿਰਿਆ। ਦੂਜੀ ਉਦਾਹਰਨ ਦੇਖੋ, ਮਨਰੀਤ ਪੜ੍ਹਦਾ ਹੈ, ਮਨਰੀਤ ਕੀ ਹੈ ਕਰਤਾ, ਪੜ੍ਹਦਾ ਹੈ ਕੀ ਹੈ ਕਿਰਿਆ। ਹੁਣ ਇੱਥੇ ਦੇਖੋ ਮਿਸ ਹੈ ਨਾ ਕੁਛ, ਵੀ ਮਨਰੀਤ ਪੜ੍ਹ ਕੀ ਰਿਹਾ ਗਾ, ਉਹ ਚੀਜ਼ ਦੇਖੋ ਉਹ ਸ਼ਬਦ ਇੱਥੇ ਨਹੀਂ ਹੈਗਾ, ਮਨਰੀਤ ਪੜ੍ਹ ਕੀ ਰਿਹਾ, ਬਸ ਇੱਦਾਂ ਹੀ ਆ ਮਨਰੀਤ ਪੜ੍ਹਦਾ ਹੈ। ਸੋ ਇਹਨਾਂ ਦੋਨਾਂ ਵਾਕਾਂ ਦੇ ਵਿੱਚ ਕਰਮ ਨਹੀਂ ਹੈਗਾ। ਪ੍ਰੀਤ ਕੀ ਖੇਡ ਰਿਹਾ ਹੈ, ਮਨਰੀਤ ਕੀ ਪੜ੍ਹ ਰਿਹਾ ਹੈ, ਨਹੀਂ ਹੈਗਾ ਨਾ ਕਰਮ। ਸੋ ਇਹ ਪਿਆਰੇ ਵਿਦਿਆਰਥੀਓ ਕੀ ਹੈ ਅਕਰਮਕ ਕਿਰਿਆ। ਅਤੇ ਦੂਜੀ ਕਿਰਿਆ ਦੇਖੋ ਕੀ ਹੈ, ਦੂਜੀ ਕਿਸਮ ਹੈਗੀ ਹੈ ਸਕਰਮਕ ਕਿਰਿਆ। ਸਕਰਮਕ ਕਿਰਿਆ ਤੋਂ ਭਾਵ ਹੈ ਕਰਮ ਸਹਿਤ, ਕਰਮ ਸਹਿਤ ਭਾਵ ਕੰਮ ਦੇ ਨਾਲ, ਜਿਹੜੇ ਵਾਕ ਦੇ ਵਿੱਚ ਕਰਤਾ ਅਤੇ ਕਿਰਿਆ ਦੋਵੇਂ ਹੋਣ, ਕਰਤਾ ਵੀ ਹੋਵੇ, ਕਰਮ ਵੀ ਹੋਵੇ ਅਤੇ ਕਿਰਿਆ ਵੀ ਹੋਵੇ, ਉਸ ਨੂੰ ਆਪਾਂ ਕੀ ਕਹਿੰਦੇ ਹਾਂ ਸਕਰਮਕ ਕਿਰਿਆ। ਉਦਾਹਰਨ ਦੇਖੋ, ਪ੍ਰੀਤ ਕਬੱਡੀ ਖੇਡਦਾ ਹੈ। ਪ੍ਰੀਤ ਕੀ ਹੈ ਕਰਤਾ, ਖੇਡਦਾ ਕਿਰਿਆ, ਇਹਨਾਂ ਦੇ ਵਿੱਚ ਕਰਮ ਕੀ ਹੈ, ਕੀ ਖੇਡ ਰਿਹਾ ਹੈਗਾ ਕਬੱਡੀ। ਪ੍ਰੀਤ ਕਰਤਾ, ਕਬੱਡੀ ਆ ਗਈ ਕਰਮ, ਖੇਡਦਾ ਹੈ ਕਿਰਿਆ। ਸੋ ਇਹ ਸਕਰਮਕ ਕਿਰਿਆ। ਜੇ ਇੱਥੇ ਵਾਕ ਆਉਂਦਾ ਪ੍ਰੀਤ ਖੇਡਦਾ ਹੈ, ਫਿਰ ਇਹਨੇ ਕਿਹੜੀ ਕਿਸਮ ਬਣਨਾ ਸੀ ਸਕਰਮਕ ਕਿਰਿਆ। ਸੋ ਹੁਣ ਇਹ ਹੈਗੀ ਆ ਸਕਰਮਕ ਕਿਰਿਆ, ਪਹਿਲਾਂ ਇਹਨੇ ਬਣਨਾ ਸੀ ਅਕਰਮਕ ਕਿਰਿਆ ਜੇ ਇਹਦੇ ਵਿੱਚ ਕਰਮ ਨਾ ਹੁੰਦਾ। ਦੂਜੀ ਉਦਾਹਰਨ ਦੇਖੋ ਪਿਆਰੇ ਵਿਦਿਆਰਥੀਓ, ਮਨਰੀਤ ਕਿਤਾਬ ਪੜ੍ਹਦਾ ਹੈ। ਮਨਰੀਤ ਕੀ ਹੈ ਕਰਤਾ, ਕਿਤਾਬ ਕੀ ਹੈ ਕਰਮ, ਪੜ੍ਹਦਾ ਹੈ ਕੀ ਹੈ ਕਿਰਿਆ। ਮਨਰੀਤ ਕਿਤਾਬ ਪੜ੍ਹਦਾ ਹੈ, ਜੇ ਇੱਥੇ ਕਿਤਾਬ ਨਹੀਂ ਹੁੰਦੀ ਭਾਵ ਕਰਮ ਨਾ ਹੁੰਦਾ, ਫਿਰ ਇਹਨੇ ਕਿਹੜੀ ਕਿਸਮ ਬਣਨਾ ਸੀ ਅਕਰਮਕ ਕਿਰਿਆ, ਫਿਰ ਬਣਨਾ ਸੀ ਮਨਰੀਤ ਪੜ੍ਹਦਾ ਹੈ, ਫਿਰ ਕਰਮਕ ਬਣਨਾ ਸੀ। ਹੁਣ ਸਕਰਮਕ ਹੈ, ਇਹਦੇ ਵਿੱਚ ਕਰਮ ਆ ਗਿਆ ਮਨਰੀਤ ਕਿਤਾਬ ਪੜ੍ਹਦਾ ਹੈ। ਸੋ ਇਹ ਸੀ ਪਿਆਰੇ ਵਿਦਿਆਰਥੀਓ ਕਿਰਿਆ ਦੀਆਂ ਦੋ ਕਿਸਮਾਂ। ਸੋ ਆਪਾਂ ਕਿਰਿਆ ਨੂੰ ਹੋਰ ਵੀ ਸਮਝਣ ਲਈ ਆਪਾਂ ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ ਦੀਆਂ ਦੋਨੇ ਨਾਲ ਨਾਲ ਅਸੀਂ ਉਦਾਹਰਨਾਂ ਦੇਖਦੇ ਹਾਂ। ਦੇਖੋ ਅਕਰਮਕ ਕਿਰਿਆ ਦੇਖੋ ਉਦਾਹਰਨ, ਬੱਚੇ ਵੇਖਦੇ ਹਨ। ਬੱਚੇ ਕੀ ਹੈ ਕਰਤਾ, ਵੇਖਦੇ ਹਨ ਕੀ ਹੈ ਕਿਰਿਆ। ਇੱਥੇ ਕੁਝ ਮਿਸ ਹੈ, ਕੀ ਮਿਸ ਹੈਗਾ ਕਰਮ। ਸਕਰਮਕ ਦੇ ਵਿੱਚ ਦੇਖੋ, ਬੱਚੇ ਤਮਾਸ਼ਾ ਦੇਖਦੇ ਹਨ, ਤਮਾਸ਼ਾ ਲੱਗਿਆ, ਤਮਾਸ਼ਾ ਕੀ ਹੈ ਕਰਮ। ਦੂਜੀ ਉਦਾਹਰਨ ਦੇਖੋ, ਰਮੇਸ਼ ਜਾਂਦਾ ਹੈ। ਰਮੇਸ਼ ਕੀ ਹੋ ਗਿਆ ਕਰਤਾ, ਜਾਂਦਾ ਹੈ ਕੀ ਹੋ ਗਈ ਕਿਰਿਆ। ਦੂਜੀ ਸਕਰਮ ਦੇਖੋ, ਰਮੇਸ਼ ਬਾਜ਼ਾਰ ਜਾਂਦਾ ਹੈ। ਬਾਜ਼ਾਰ ਸ਼ਬਦ ਆ ਗਿਆ ਨਾ, ਇਹਨੇ ਸਾਨੂੰ ਕੀ ਸਿੱਧ ਕਰਤਾ ਵੀ ਇਹ ਜਿਹੜੀ ਕਿਰਿਆ ਸਕਰਮਕ ਕਿਰਿਆ। ਰਮੇਸ਼ ਬਾਜ਼ਾਰ ਜਾਂਦਾ ਹੈ, ਬਾਜ਼ਾਰ ਕੀ ਹੋ ਗਿਆ ਇੱਕ ਕਰਮ। ਤੀਜੀ ਉਦਾਹਰਨ ਦੇਖੋ, ਪੰਛੀ ਉੱਡਦਾ ਹੈ। ਪੰਛੀ ਕਰਤਾ, ਉੱਡਦਾ ਹੈ ਕਿਰਿਆ, ਬਟ ਨਹੀਂ ਪਤਾ ਕਿੱਥੇ ਉੱਡਦਾ। ਸਕਰਮਕ ਕਿਰਿਆ ਦੇ ਵਿੱਚ ਦੇਖੋ, ਪੰਛੀ ਆਕਾਸ਼ ਵਿੱਚ ਉੱਡਦਾ ਹੈ। ਆਕਾਸ਼ ਵਿੱਚ ਕੀ ਹੈ ਪਿਆਰੇ ਵਿਦਿਆਰਥੀਓ ਸਕਰਮਕ ਹੈ, ਆਕਾਸ਼ ਵਿੱਚ ਕੀ ਹੋ ਗਿਆ ਇਹ ਸਕਰਮਕ ਕਿਰਿਆ। ਚੌਥੀ ਉਦਾਹਰਨ ਅਕਰਮਕ ਕਿਰਿਆ ਦੀ, ਮਾਤਾ ਜੀ ਬੁਣ ਰਹੇ ਹਨ। ਬਸ ਤੇ ਕੁਝ ਮਿਸ ਹੈ ਨਾ, ਮਾਤਾ ਜੀ ਕੀ ਬੁਣ ਰਹੇ ਹਨ, ਮਾਤਾ ਜੀ ਕੀ ਹੈ ਕਰਤਾ, ਬੁਣ ਰਹੇ ਹਨ ਕਿਰਿਆ, ਬਟ ਕਰਮ ਨਹੀਂ ਪਤਾ। ਕਰਮ ਕਿੱਥੇ ਹੈ ਸਕਰਮਕ ਕਿਰਿਆ। ਦੂਜੀ ਸਾਈਡ ਦੇਖੋ,
ਮਾਤਾ ਜੀ ਸਵੈਟਰ ਬੁਣ ਰਹੇ ਹਨ। ਸਵੈਟਰ ਕੀ ਹੋ ਗਿਆ ਪਿਆਰੇ ਵਿਦਿਆਰਥੀਓ? ਕਰਮ। ਸੋ ਇਹ ਸੀ ਪਿਆਰੇ ਵਿਦਿਆਰਥੀਓ ਕਿਰਿਆ ਅਤੇ ਉਸ ਦੀਆਂ ਕਿਸਮਾਂ। ਮੈਨੂੰ ਉਮੀਦ ਹੈ ਕਿ ਮੇਰੇ ਦੁਆਰਾ ਤੁਹਾਨੂੰ ਇਹ ਸਮਝਾਈ ਗਈ ਕਿਰਿਆ ਅਤੇ ਉਸ ਦੀ ਕਿਸਮਾਂ ਚੰਗੀ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।